ਤੁਹਾਡਾ ਮਸਲਾ ਦਿਓਲ ਸਾਹਿਬ ਨਹੀਂ ਹੱਲ ਕਰ ਸਕਿਆ ਜੀ ਤੁਸੀਂ ਠੋਕੋ ਤਾਲੀ ਨੂੰ ਲਾ ਦਿਓ ਜੀ। ਇਹ ਭਗਵੰਤ ਸਿੰਘ ਦਾ ਉਹੀ ਭਗਵੰਤ ਸਿੰਘ ਦਾ ਮੁੰਡਾ ਜਿਹੜਾ ਨਿਰੰਕਾਰੀਆਂ ਲਈ ਪੇਸ਼ ਹੋਇਆ ਸੀ, ਇਹਨੂੰ ਲਾ ਦਿਓ। ਇਹੀ ਕੇਸ ਲੜੇ ਆ ਕੇ। ਔਰ ਜੇ ਤੇ ਵਾਕੇ ਭਗਵੰਤ ਸਿੰਘ ਦਾ ਪੁੱਤ ਹੈ ਨਾ 18/11 ਨੂੰ ਫਿਰ ਹਾਈ ਕੋਰਟ ਆ, ਕੋਈ ਫਾਇਦਾ ਨਹੀਂ ਫਜ਼ੂਲ ਦੀਆਂ ਗੱਲਾਂ ਦਾ। ਜੁਮਲਾ ਧੋਖਾ ਹੋਰ ਕੁਛ ਨਹੀਂ। ਕੁਝ ਅੱਜ ਮੈਨੂੰ ਪੁੱਛੋ ਪੰਜਾਬ ਦੇ ਭਲੇ ਦਾ ਕੋਈ ਫੈਸਲਾ ਹੈ? ਕੱਲਾ ਕੁਛ ਨਹੀਂ। ਇਲੈਕਸ਼ਨ ਦਾ ਇੱਕ ਸਟੰਟ, ਇੱਕ PR ਜੌਬ ਹੋਈ ਹੈ, ਹੋਰ ਕੁਛ ਨਹੀਂ ਹੋਇਆ। ਆਈ ਚੈਲੰਜ them, if you have any proof, put it out in the public domain। ਤੁਹਾਡੀ ਆ ਬੀਬੀ ਕਹਿੰਦੀ ਹੈ ਨਾ ਨਵਜੋਤ ਕੌਰ ਸਿੱਧੂ, ਮੈਂ ਰਿਪੋਰਟ ਪੜ੍ਹੀ ਆ, ਫਿਰ ਬਣਾਈ ਤੂੰ ਰਿਪੋਰਟ ਤਾਂ ਸੀਲਡ ਕਵਰ 'ਚ ਸੀ, ਤੂੰ ਕਿਤੋਂ ਪੜ੍ਹ ਲਈ? ਬੀਤੇ ਦਿਨ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਜੰਮ ਕੇ ਤਕਰਾਰਬਾਜ਼ੀ ਹੋਈ ਤੇ ਮੁੱਦਾ ਇੰਨਾ ਕੁ ਭੱਗ ਗਿਆ ਕਿ ਨੌਬਤ ਹੱਥੋਂ ਪਾਈ ਤੱਕ ਆਉਂਦਿਆਂ ਬਚੀ, ਜਿੱਥੇ ਸੈਸ਼ਨ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਤਾਰ ਨਸ਼ੇ ਦੇ ਤਸਕਰਾਂ ਨਾਲ ਜੋੜੀ। ਉੱਥੇ ਹੀ ਮਾਮਲਾ ਇੰਨਾ ਕੁ ਭੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠੀਆ ਨੂੰ ਨਸ਼ਾ ਤਸਕਰ ਤੇ ਚੋਰ ਕਹਿ ਦਿੱਤਾ ਗਿਆ, ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਸਿੱਧੂ ਤੇ ਚੰਨੀ ਨੂੰ ਕਰੜੇ ਹੱਥੀਂ ਲੈਂਦਿਆਂ ਬਿਕਰਮ ਮਜੀਠੀਆ ਵੱਲੋਂ ਕਾਂਗਰਸ ਸਰਕਾਰ ਨੂੰ ਸਿੱਧਾ ਚੈਲੰਜ ਕੀਤਾ ਗਿਆ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਮੇਰੇ ਤੇ ਦੋਸ਼ ਸਾਬਿਤ ਕਰੋ ਤੇ ਜੇਕਰ ਮੈਂ ਕਿਸੇ ਵੀ ਕੇਸ ਵਿੱਚ ਦੋਸ਼ੀ ਸਾਬਤ ਹੁੰਦਾ ਹਾਂ ਤਾਂ ਫੜ ਕੇ ਜੇਲ੍ਹ ਅੰਦਰ ਸੁੱਟ ਦਿਓ। ਤੇ ਹੋਰ ਕੀ ਕੁਝ ਕਿਹਾ ਮਜੀਠੀਆ ਵੱਲੋਂ, ਉਹ ਹੀ ਤੁਹਾਨੂੰ ਸੁਣਾ ਦਿੰਦੇ ਹਾਂ। ਜਦ ਸਵੇਰੇ BSF ਤੇ ਬਹਿਸ ਹੋਈ, ਮੈਂ ਤਾਂ ਬੜੇ 3 ਸਿੰਪਲ ਸਵਾਲ ਕੀਤੇ, ਔਰ ਮੇਰੇ ਸਵਾਲ ਨਹੀਂ, ਇਹ ਕਾਂਗਰਸ ਪਾਰਟੀ ਦੇ ਸਵਾਲ ਨੇ, ਕਿ ਜੇ ਤੁਹਾਡੀ ਮਨਸ਼ਾ ਸਾਫ਼ ਹੈ 5 ਅਕਤੂਬਰ ਨੂੰ ਮੁੱਖ ਮੰਤਰੀ ਸਾਹਿਬ ਹੋਮ ਮਿਨਿਸਟਰ ਨੂੰ ਮਿਲੇ, 11 ਨੂੰ BSF ਦਾ ਏਰੀਆ ਐਕਸਟੈਂਡ ਹੋ ਗਿਆ, 11 ਅਕਤੂਬਰ ਤੋਂ ਅੱਜ 11 ਨਵੰਬਰ ਤੱਕ 1 ਮਹੀਨਾ ਹੋ ਗਿਆ। ਆ ਮਨੀਸ਼ ਤਿਵਾਰੀ ਜੀ ਟਵੀਟ ਕਰਦੇ ਆ, ਕੀ ਟਵੀਟ ਕਰਦੇ ਆ, ਕਹਿੰਦੇ ਜੀ ਇੱਕ ਆਰਟੀਕਲ 131 ਥੱਲੇ ਹਲੇ ਤੱਕ ਕਿਉਂ ਨਹੀਂ ਸਰਕਾਰ ਨੇ ਚੈਲੰਜ ਕੀਤਾ ਇਸ ਨੂੰ ਸੁਪਰੀਮ ਕੋਰਟ 'ਚ? ਔਰ ਦੱਸੋ ਜੇ ਇਫ ਵੀ ਆਰ ਰੀਅਲੀ ਵਰਿਡ ਕਿ BSF ਪੰਜਾਬ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਤੇ ਜੇ ਸੱਚੀ ਗੱਲ ਕਰਦੀ ਹੈ ਤੇ ਉਹ ਤੋਂ ਮਿਰਚਾਂ ਲੜਦੀਆਂ ਨੇ। ਔਰ ਸੇਮ ਚੀਜ਼ ਮੈਂ ਤੁਹਾਨੂੰ ਦੱਸ ਰਿਹਾ, ਇਹ ਮੁੜ ਕੇ ਲੈ ਜੀ ਬਿਜਲੀ ਦੇ। ਵੇਖੋ ਕਮਾਲ ਹੋ ਗਈ। ਅੱਜ ਮੈਂ ਇੱਕ ਫੋਟੋ ਰਿਲੀਜ਼ ਕਰਨ ਲੱਗਿਆ, ਕਿਉਂਕਿ ਠੋਕੋ ਤਾਲੀ ਦਾ ਤਾਂ ਪਤਾ ਹੀ ਨਹੀਂ ਲੱਗਦਾ। ਕਹਿੰਦਾ ਜੀ ਕੱਲ ਪਰਸੋਂ ਟਵੀਟ ਕੀਤੀ ਸੀ ਕਿ 2013 ਦਾ ਜਿਹੜਾ ਕੰਟਰੈਕਟ ਫਾਰਮਿੰਗ ਦਾ ਐਕਟ ਹੈ ਉਹ ਸੈਂਟਰ ਨੇ ਪੰਜਾਬ ਤੋਂ ਲਿਆ। ਇਹਨੂੰ ਇੰਨੀ ਗੱਲ ਪੁੱਛ ਲਿਓ, ਇੱਕ ਤਾਂ ਰਿਕਾਰਡ ਕੱਢਿਓ ਵਿਧਾਨ ਸਭਾ ਦਾ 2013 'ਚ ਇਹ ਕੰਟਰੈਕਟ ਫਾਰਮਿੰਗ ਸਰਬਸੰਮਤੀ ਨਾਲ ਪਾਸ ਹੋਈ ਹੈ। ਦੂਜੀ ਗੱਲ, ਬੀਬੀ ਨਵਜੋਤ ਕੌਰ ਸਿੱਧੂ ਉਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਸੀ, ਤੂੰ ਸਾਡਾ MP ਸੀ, ਤੂੰ ਕਦੋਂ ਇਹਦਾ ਵਿਰੋਧ ਕੀਤਾ? ਇਹ ਦੱਸ ਦੇ, ਕੋਈ ਰਿਕਾਰਡ ਦਿਖਾ ਦਿਓ। ਜਸਟ ਬਿਕੋਜ਼ ਆ ਤੁਹਾਡੀ ਪੋਲਿਟਿਕਸ ਨੂੰ ਇਹ ਸੂਟ ਕਰਦਾ ਹੈ। ਜਿਵੇਂ ਰਾਹੁਲ ਗਾਂਧੀ ਨੂੰ ਪੱਪੂ ਬਣਾਉਣਾ ਤੇ ਪੱਪੂ ਬਣਾ ਦਿਓ, ਸੋਨੀਆ ਗਾਂਧੀ ਦੇ ਬਾਰੇ ਮੁੰਨੀ ਬਣਾਉਣਾ ਤਾਂ ਮੁੰਨੀ ਬਣਾ ਦਿਓ, ਕਾਂਗਰਸ ਨੂੰ ਸ਼ੀਲਾ ਨਾਲੋਂ ਵੱਧ ਨਿਜ਼ਾਮ ਦੱਸਣਾ ਤੇ ਉਹ ਦੱਸ ਦਿਓ। ਅੱਜ ਕਾਂਗਰਸ ਹਰ ਚੀਜ਼ ਦੀ ਦੇਣਦਾਰ ਹੋ ਗਈ। ਔਰ ਇਹਨਾਂ ਗੱਲਾਂ ਨੂੰ ਮੈਂ ਕਿਹਾ ਡੋਂਟ ਮਿਸਲੀਡ ਦਾ ਹਾਊਸ। ਆਪਾਂ ਸਹੀ ਗੱਲ ਕਰੀਏ, ਦਿਸ ਆ ਪਾਰਟ ਆਫ ਰਿਕਾਰਡ। ਔਰ ਮੈਂ ਰਿਕਾਰਡ ਤੋਂ ਬਿਲਕੁਲ ਪਰਾ ਜਾ ਕੇ ਨਹੀਂ ਗੱਲ ਕਰ ਰਿਹਾ ਕਿ 2013 ਜਦੇ ਇਹ ਬਣਿਆ ਕੰਟਰੈਕਟ ਫਾਰਮਿੰਗ ਦਾ ਲਾਗੂ ਹੀ ਨਹੀਂ ਹੋਇਆ, ਕਿਉਂਕਿ ਉਹ 'ਚ ਕਮੇਟੀ ਬਣਨੀ ਸੀ, ਡਿਸਟ੍ਰਿਕਟ ਲੈਵਲ ਕਮੇਟੀ ਬਣਨੀ ਸੀ, ਸਟੇਟ ਲੈਵਲ ਬਣਨੀ ਸੀ। ਔਰ ਅੱਜ ਤੱਕ ਕੀ ਉਸ ਕੰਟਰੈਕਟ ਫਾਰਮਿੰਗ ਦੇ ਮੁੱਦੇ ਤੇ ਕਿਸੇ ਨੇ ਪ੍ਰੋਟੈਸਟ ਕੀਤਾ ਪੰਜਾਬ ਦੇ ਕਿਸੇ ਕੋਨੇ 'ਚੋਂ? ਨਹੀਂ, ਕਿਉਂਕਿ ਲਾਗੂ ਨਹੀਂ ਹੋਇਆ। ਨੌਨ ਇਸ਼ੂਜ਼ ਨੂੰ ਇਸ਼ੂਜ਼ ਬਣਾਇਆ ਜਾ ਰਿਹਾ ਜੀ, ਕਿ ਜਿਹੜਾ ਰੀਨਿਊਏਬਲ ਐਨਰਜੀ ਦਾ ਪ੍ਰੋਜੈਕਟ ਲੱਗਿਆ ਆਵਾਨ 'ਚ ਲੱਗਿਆ, ਸਭ ਤੋਂ ਪਹਿਲਾਂ ਉੱਥੇ ਜਾ ਕੇ ਤਾੜੀ ਕੌਣ ਮਾਰ ਰਿਹਾ ਸੀ? ਇਹ ਠੋਕੋ ਤਾਲੀ ਸਾਹਿਬ। ਆ ਦਿਓ ਜੀ, ਆ ਲਓ, ਆ ਰਹੀ ਫੋਟੋ। ਇਹਦਾ ਤਾਂ ਮੌਜ ਲੱਗੀ ਆ। ਬੜੇ ਮੀਆਂ ਤੇ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ। ਇਹ ਕਦੇ ਆਉਣ ਨੂੰ ਭੱਜ ਜਾਂਦਾ ਤੇ ਉਹਨਾਂ ਦੇ ਮੀਆਂ ਮਿੱਠੂ ਬਣ ਜਾਂਦਾ, ਇਹਨੂੰ ਆ ਜਾਂਦਾ ਤੇ ਇਹਨਾਂ। ਆਹ ਵੇਖ ਲਓ ਤੁਸੀਂ ਫੋਟੋ, ਭੱਜੇ ਕਿੱਧਰ ਨੂੰ ਭੱਜਦਾ। ਜਿਵੇਂ ਮੈਂ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਨਾ, ਆ ਕਿੱਡੇ ਦੰਦ ਕੱਢੀ ਜਾਂਦਾ, ਦੇਖੋ ਜਾਪਦਾ ਦੁਖੀ, ਔਰ ਤਾੜੀ ਮਾਰਨ ਡਿਆ, ਅੱਜ ਨੁਕਸ ਕੱਢ ਰਿਹਾ। ਔਰ ਮੈਂ ਬਾਰ-ਬਾਰ ਕਹਿੰਦਾ, ਵਿਦ ਪ੍ਰੂਫ ਗੱਲ ਕਰਦਾ ਜੀ, ਜਿਹੜਾ ਸੋਲਰ ਦਾ ਟੋਟਲ ਇੰਪੈਕਟ ਹੈ, ਦੇਖੋ ਐਵਰੀ ਪਾਵਰ ਵਾਸਤੇ ਯੂ ਕੈਨ ਨਾਟ ਓਨਲੀ ਡਿਪੈਂਡ ਔਨ ਥਰਮਲ, ਤੁਹਾਨੂੰ ਹਾਈਡਰੋ, ਥਰਮਲ, ਸੋਲਰ, ਵੱਖ-ਵੱਖ ਬਾਇਓਮਾਸ ਤੇ ਡਿਪੈਂਡ ਕਰਨਾ ਪੈਣਾ। ਔਰ ਤੁਹਾਨੂੰ ਸੋਲਰ ਦੀ ਓਵਰਆਲ ਜਿਹੜੀ ਕਾਸਟ ਪੈ ਰਹੀ ਹੈ ਪਰ ਯੂਨਿਟ ਪਾਵਰ 3 ਪੈਸੇ ਪੈ ਰਹੀ ਹੈ, 5 ਪੈਸੇ ਤੋਂ ਵੱਧ ਨਹੀਂ ਪੈ ਰਹੀ ਹੈ। ਇਹਨਾਂ ਦਾ ਡਾਕੂਮੈਂਟ ਕਹਿ ਰਿਹਾ, ਰੈਗੂਲੇਟਰੀ ਡਾਕੂਮੈਂਟ। ਮਗਰ ਹਰ ਗੱਲ ਤੇ ਸਿਆਸਤ। 1 ਰੁਪਏ 22 ਪੈਸੇ
ਪਰ ਯੂਨਿਟ ਇਹ ਲੈਂਦੇ ਆ ਟੈਕਸਿਸ। ਇੱਕ ਜੇਬ ਚੋਂ ਲੈਂਦੇ ਆ, ਦੂਜੇ ਜੇਬ ਚੋਂ ਕਹਿੰਦੇ ਅਸੀਂ ਛੱਡਤਾ 1 ਮਹੀਨੇ ਵਾਸਤੇ। ਕੀ ਮੂਰਖ ਬਣਾਉਣ ਦਾ ਕੰਮ ਸ਼ੁਰੂ ਕੀਤਾ। ਆਹੀ ਗੱਲਾਂ ਅਸੀਂ ਅੰਦਰ ਕਰਨੀਆਂ ਸੀ, ਮਗਰ ਸਾਡੀ ਗੱਲ ਤਾਂ ਪਸੰਦ ਨਹੀਂ ਆਉਣੀ ਸੀ ਤੇ ਸਾਨੂੰ ਕੱਢ ਕੇ ਬਾਹਰ ਮਾਰਿਆ ਕਿ ਪਹਿਲਾਂ ਤਾਂ ਜਲੀਲ ਕਰੋ, ਜੋ ਮਰਜ਼ੀ ਬੋਲੋ ਕਿਸੇ ਬਾਰੇ। ਮੈਸੀ ਵੀ ਬੋਲ ਸਕਦੇ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ IAS ਅਫਸਰ ਨਾਲ ਛੇੜਛਾੜ ਕੀਤੀ ਸੀ, ਮੀ ਟੂ ਦੇ ਆਰੋਪ ਨੇ ਤੁਹਾਡੇ ਤੇ, ਮਗਰ ਅਸੀਂ ਨਹੀਂ ਉਹ ਕੰਮ ਤੇ ਗਏ। ਮਗਰ ਹੀ ਥਾਟ ਕਿ ਮੈਂ ਮੁੱਖ ਮੰਤਰੀ ਬਣ ਗਿਆ, ਹੰਕਾਰ ਹੋ ਗਿਆ ਤੇ ਜੋ ਮਰਜ਼ੀ ਕਰਦੇ ਆ। ਟੀਨੂ ਜੀ ਨੂੰ ਇੱਕ MLA ਉੱਠ ਕੇ ਕਹਿੰਦਾ ਉਹ ਜੀਰਾ ਕਿ ਤੇਰੇ ਘਰੇ ਆ ਕੇ ਕੁੱਟੂਗਾ। ਦੱਸੋ ਕਮਾਲ ਹੋ ਗਈ ਯਾਰ। ਸੈਸ਼ਨ 'ਚ ਜਸਟ ਬਿਕੋਜ਼ ਅਸੀਂ ਲੋਕਾਂ ਦੀ ਗੱਲ ਕਰ ਰਹੇ ਹਾਂ ਔਰ ਸਪੀਕਰ ਸਾਹਿਬ ਉਸ ਗੱਲ ਤੇ ਕੁਝ ਨਹੀਂ ਕਹਿ ਰਹੇ। ਔਰ ਅਸੀਂ ਚਾਹੁੰਦੇ ਸੀ, ਸਾਨੂੰ ਤਾਂ ਸਮਝ ਆਈ ਗਈ ਸੀ ਕਿਉਂਕਿ BSF ਦੇ ਮੁੱਦੇ ਤੇ ਘੇਰਿਆ, ਅੱਗੇ ਆ ਬਿਜਲੀ ਸਮਝੌਤਿਆਂ ਤੇ ਘੇਰਨਾ ਸੀ। ਉਹਨਾਂ ਨੂੰ ਸਮਝ ਆ ਗਈ ਕਿ ਇਹਨਾਂ ਨੂੰ ਬਾਹਰ ਕੱਢੋ। ਅਸੀਂ ਗਏ ਸਪੀਕਰ ਸਾਹਿਬ ਕੋਲ, ਇਹਨਾਂ ਨੇ ਟਾਈਮ ਲਿਆ, ਢਿੱਲੋਂ ਸਾਹਿਬ ਨੇ, ਆਪਣਾ ਬਡਾਲਾ ਸਾਹਿਬ ਬੈਠੇ, ਆਓ ਜੀ। ਇਹ ਆਪ ਦੱਸਦੇ ਆ, ਅਸੀਂ ਜਾ ਕੇ ਇਹ ਬੇਨਤੀ ਕੀਤੀ ਕਿ ਦੇਖੋ ਅਸੀਂ ਹਾਊਸ ਚੱਲਣਾ ਚਾਹੁੰਦੇ ਹਾਂ, ਬਟ ਕੀ ਤੁਸੀਂ ਸਮਝਦੇ ਹੋ ਗੱਲ ਠੀਕ ਹੈ। ਉੱਥੇ 3 ਲੋਕ ਹਾਜ਼ਰ ਸੀ ਔਰ ਮੈਂ ਕਹਿੰਦਾ ਸੀ ਸਾਰੇ ਭਾਵੇਂ ਸਹੁੰ ਖਾਣ ਦੀ ਲੋੜ ਨਹੀਂ, ਮਗਰ ਜੇ ਵਿਸ਼ਵਾਸ ਨਹੀਂ ਤਾਂ ਅਸੀਂ ਸਹੁੰ ਖਾਣ ਨੂੰ ਤਿਆਰ ਹਾਂ। ਬ੍ਰਹਮ ਇੰਦਰਾ ਜੀ ਨੇ, ਤ੍ਰਿਪਤ ਰਜਿੰਦਰ ਬਾਜਵਾ ਜੀ ਨੇ, ਸਪੀਕਰ ਸਾਹਿਬ ਨੇ ਤੇ ਪ੍ਰਗਟ ਸਿੰਘ ਨੇ। ਗੁਰਦੁਆਰੇ ਚੜ ਜਾਣ ਚਾਹੀਦੇ, ਅਸੀਂ ਗੁਰਦੁਆਰੇ ਚੜਾਂਗੇ। ਅੰਦਰ ਇਹ ਗੱਲ ਕਹੀ ਕਿ ਜੋ ਭੱਦੀ ਸ਼ਬਦਾਵਲੀ ਮੁੱਖ ਮੰਤਰੀ ਨੇ ਵਰਤੀ ਹੈ, ਸਾਨੂੰ ਉਹਦਾ ਅਫਸੋਸ ਹੈ, ਅਸੀਂ ਇਸ ਗੱਲ ਦੀ ਮਾਫੀ ਮੰਗਦੇ। ਕਹੀ ਕਿ ਨਹੀਂ ਗੱਲ ਕਹੀ। ਔਰ ਮੈਂ ਇੱਕ ਗੱਲ ਕਹੀ, ਮੈਂ ਕਿਹਾ ਅੰਕਲ ਤੁਸੀਂ ਸਾਰੇ ਸਤਿਕਾਰਯੋਗ ਹੋ, ਤੁਹਾਡਾ ਇਹ ਕਿਹਾ ਬਹੁਤ ਸਤਿਕਾਰਕ ਹੈ, ਮਗਰ ਵੇਖੋ ਅਸੀਂ ਹਾਊਸ 'ਚ ਜਲੀਲ ਹੋਣ ਨਹੀਂ ਆਉਂਦੇ, ਹਾਊਸ 'ਚੋਂ ਗਾਲਾਂ ਖਾਣ ਨਹੀਂ ਆਉਂਦੇ ਜਸਟ ਬਿਕੋਜ਼ ਅਸੀਂ MLA ਆ। ਤੁਸੀਂ ਜਿਹਨੂੰ ਮਰਜ਼ੀ ਜਲੀਲ ਕਰੀ ਜਾਓ, ਮੇਰੇ ਵੀ ਛੋਟੇ ਛੋਟੇ ਨਿਆਣੇ ਆ। ਹਾਂ ਕੋਈ ਗਲਤੀ ਹੈ ਤੁਸੀਂ ਫਾਇਲ ਲਾ ਦਿਓ, ਕਾਨੂੰਨ ਹੈ ਇਹ। ਮੈਨੂੰ ਵੀ ਪਤਾ ਤੁਸੀਂ ਵੈਂਡੇਟਾ ਕਰਨ ਨੂੰ ਫਿਰਦੇ, ਤੁਸੀਂ ਰੋਜ਼ ਅਫਸਰਾਂ ਨੂੰ ਸੱਦਦੇ ਹੋ, ਰੋਜ਼ ਸੱਦ ਕੇ ਕਹਿੰਦੇ ਹੋ ਕਿ ਐ ਹੋ ਜੂ ਐ ਹੋ ਜੂ। ਮੈਂ ਤਾਂ ਅੱਜ ਬੇਨਤੀ ਕਰਦਾ, ਤੁਹਾਡਾ ਮਸਲਾ ਦਿਓਲ ਸਾਹਿਬ ਨਹੀਂ ਹੱਲ ਕਰ ਸਕਿਆ ਜੀ, ਤੁਸੀਂ ਠੋਕੋ ਤਾਲੀ ਨੂੰ ਲਾ ਦਿਓ ਜੀ। ਇਹ ਭਗਵੰਤ ਸਿੰਘ ਦਾ, ਉਹੀ ਭਗਵੰਤ ਸਿੰਘ ਦਾ ਮੁੰਡਾ ਜਿਹੜਾ ਨਿਰੰਕਾਰੀਆਂ ਲਈ ਪੇਸ਼ ਹੋਇਆ ਸੀ, ਇਹਨੂੰ ਲਾ ਦਿਓ। ਇਹੀ ਕੇਸ ਲੜੇ ਆ ਕੇ। ਔਰ ਜੇ ਤੇ ਵਾਕੇ ਭਗਵੰਤ ਸਿੰਘ ਦਾ ਪੁੱਤ ਹੈ ਨਾ 18/11 ਨੂੰ, ਫਿਰ ਹਾਈ ਕੋਰਟ ਆਵੇ। ਉੱਥੇ ਕੋਈ ਫਾਇਦਾ ਨਹੀਂ ਹੈ ਫਜ਼ੂਲ ਦੀਆਂ ਗੱਲਾਂ ਦਾ, ਲੋਕਾਂ ਦਾ ਟਾਈਮ ਵੇਸਟ ਦਾ। ਕੋਈ ਪੰਜਾਬ ਦਾ ਭਲਾ ਨਹੀਂ ਹੋ ਰਿਹਾ ਇਹਦੇ ਨਾਲ। ਔਰ ਅੰਦਰ ਅਸੀਂ ਜਾ ਕੇ ਗੱਲ ਕਹੀ ਕਿ ਅਸੀਂ ਵੀ CM ਸਾਹਿਬ ਬਾਰੇ ਜੋ ਉਸ IAS ਅਫਸਰ ਦੇ ਆਰੋਪ ਸੀ, ਇਹ ਵੱਖਰੀ ਗੱਲ ਆ ਕਿ ਕੈਪਟਨ ਸਾਹਿਬ ਨੇ ਉਦੋਂ ਗੱਲ ਨੂੰ ਰਫਾ ਦਫਾ ਕਰਤਾ, ਮਗਰ ਉਹ ਐਵੇਂ ਨਹੀਂ ਕੋਈ ਕਰਦਾ। ਕੋਈ ਸਹਿਬੇ ਨਸੀਬ ਨੇ IAS ਜਿਹੜੀ ਉਹ ਸਾਡੀ ਸਤਿਕਾਰਯੋਗ ਭੈਣ ਸੀ, ਔਰ ਐਡਾ ਵੱਡਾ ਆਰੋਪ ਲੱਗਿਆ, ਰੌਲਾ ਪਿਆ, ਮਗਰ ਉਸ ਤੇ ਕਵਰ ਅਪ ਹੋਇਆ ਜਸਟ ਬਿਕੋਜ਼ ਕੈਬਨਿਟ ਦਾ ਇੱਕ ਵਜ਼ੀਰ ਸੀ, ਬਦਨਾਮੀ ਬੜੀ ਹੋਣੀ ਸੀ। ਕੰਪਰੋਮਾਈਜ਼ CM ਜਾਖੜ ਕਹਿ ਰਹੇ, ਕੰਪਰੋਮਾਈਜ਼ CM ਤਿਵਾੜੀ ਸਾਹਿਬ ਕਹਿ ਰਹੇ ਆ। ਕੰਪਰੋਮਾਈਜ਼ ਨਹੀਂ ਤੇ ਕੀ ਹੈ, ਬਣਨਾ ਜਾਖੜ ਨੇ ਸੀ। ਉਹ ਹਿੰਦੂ ਭਾਈਚਾਰੇ ਕਰਕੇ ਰਹਿ ਗਏ, ਫਿਰ 2 ਜੱਟ ਲੜ ਪਏ, ਉਹ ਵੀ ਰਹਿ ਗਿਆ ਤੇ ਕੰਪਰੋਮਾਈਜ਼ ਹੀ ਬਣਿਆ ਨਾ। ਫਿਰ ਮਤਲਬ ਰਾਜੀਨਾਮਾ ਹੋਇਆ ਕਿ ਚੰਗਾ ਭਾਈ ਤੁਹਾਡੀ ਲੜਾਈ ਮੁਕਾਉਂਦੇ ਆ, ਕੰਪਰੋਮਾਈਜ਼ ਹੋ ਗਿਆ। ਤੇ ਦੱਸੋ ਕੀ ਗਲਤ ਕਹਿਤਾ, ਪਾਪ ਕਰਤਾ। ਅੰਦਰ ਆਪ ਮੰਨਿਆ ਉਹਨਾਂ ਨੇ ਕਿ ਗਲਤ ਗੱਲ ਹੋਈ ਆ, ਅਸੀਂ ਜਾ ਕੇ ਬਾਹਰ ਗੱਲ ਕਰਾਂਗੇ, ਮਗਰ ਅੰਦਰ ਮਜਬੂਰੀ ਹੋ ਗਈ ਕਿ ਪਬਲਿਕ ਪਰਸੈਪਸ਼ਨ ਕੀ ਜਾਊਗੀ ਕਿ ਅਸੀਂ ਤਾਂ ਵੱਡੇ ਹੰਕਾਰੀ ਆ, ਅਸੀਂ ਬਹੁਤ ਘੈਂਟ ਆ। ਅੰਦਰੋਂ ਇੱਕ ਕਹਿੰਦਾ ਕੇਜਰੀਵਾਲ ਥੋੜੀ ਆ। ਉਹ ਭਰਾਵਾ ਚੀਫ ਮਿਨਿਸਟਰ ਸਾਹਿਬ, ਤੁਸੀਂ ਮੇਰੇ ਨਾਲ ਹੀ MLA ਬਣੇ ਸੀ, ਔਰ ਮਨਮੋਹਨ ਸਿੰਘ ਦੀ ਜਾਨ ਛਡਾਉਣ, ਆਪਦਾ ਜਿਹੜਾ ਭਰਾ ਹੈ ਨਾ ਮਨਮੋਹਨ, ਜਿਹੜਾ ਸਿਟੀ ਸੈਂਟਰ ਸਕੈਮ ਤੇ ਸੀ, ਉਹਦੀ ਜਾਨ ਛਡਾਉਣ ਵਾਸਤੇ ਮੇਰੇ ਨਾਲ ਹੀ ਜਾਂਦੇ ਸੀ ਸੁਖਬੀਰ ਜੀ ਕੋਲ। ਹੁਣ ਵੱਖਰੀ ਗੱਲ ਹੈ, ਦਾਅ ਲੱਗ ਗਿਆ, ਚਲੋ ਗੁਰੂ ਕਿਰਪਾ ਕਰੇ। ਅਸੀਂ ਤਾਂ ਆਪ ਅੱਜ ਪੁੱਛਦੇ ਸੀ ਠੋਕੋ ਤਾਲੀ ਨੂੰ ਕਿ ਬਾਈ 'ਚ ਵੀ ਇਹ ਚਿਹਰਾ ਹੋਊ ਕਿ ਨਹੀਂ ਹੋਊ ਚਿਹਰਾ, ਉਹ ਤਾਂ ਗੱਲ ਤੇ ਹੀ ਨਹੀਂ ਆਇਆ ਕੋਈ। ਅਸੀਂ ਬੜਾ ਪੁੱਛਿਆ ਕਿ ਚਿਹਰਾ ਹੀ ਦੱਸ ਦਿਓ ਤੁਹਾਡਾ ਕਿਹੜਾ, ਅਗਲਾ ਕਿ ਇਹਨੂੰ ਬਣਾਉਂਦੇ ਹੋ ਕਿ ਨਹੀਂ, ਉਸ ਗੱਲ ਤੇ ਨਹੀਂ ਆਏ। ਮਗਰ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਨੂੰ ਕਹੋ ਮੈਂ ਤੇਰੀਆਂ ਲੱਤਾਂ ਭੰਨ ਦੂੰ, ਕਿਸੇ ਨੂੰ ਕਹਿੰਦੇ ਹੋ ਕਿ ਮੇਰੇ ਬਾਰੇ ਮਾੜੀ ਸ਼ਬਦਾਵਲੀ ਵਰਤ ਕੇ ਕਿ ਅਸੀਂ ਮੁੱਦੇ ਨਹੀਂ ਲੋਕਾਂ ਦਾ ਉਠਾਵਾਂਗੇ। ਮੈਂ ਕਹਿੰਦਾ ਜੀ ਫੜ ਕੇ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਹੁੰਦੀਆਂ, ਵੈਂਡੇਟਾ ਕਰਦੀਆਂ ਹੁੰਦੀਆਂ, ਜੀ ਸੱਦ ਕੇ ਦਿਓ, ਠਾ ਵੱਜਦਾ ਤੋਂ ਲੋਕਾਂ ਦੇ ਮੁੱਦੇ ਲੈ ਕੇ ਵੱਜੂਗਾ। ਔਰ ਮੁੱਖ ਮੰਤਰੀ ਹੋਵੇ ਕੋਈ ਹੋਵੇ, ਇਸ ਤਰ੍ਹਾਂ ਨਹੀਂ ਚੱਲੂਗਾ ਕੰਮ। ਹਾਂ ਵਜਨ ਨਾਲ ਗੱਲ ਕਰੋ, ਦਲੀਲ ਨਾਲ ਗੱਲ ਕਰੋ। ਅਖੀਰ 'ਚ ਪਰਚੀ ਲਿਖ ਕੇ ਭੇਜੀ, ਮੈਂ ਆਪ ਉਹ ਪਰਚੀ ਪੜ੍ਹੀ, ਮੈਂ ਨਾਲ ਖੜਾ ਸੀ ਕਿ ਇਹਨਾਂ ਨੂੰ ਬਾਹਰ ਕੱਢੋ। ਸਪੀਕਰ ਸਾਹਿਬ ਨੂੰ ਪਰਚੀ ਜਾ ਰਹੀ ਹੈ, ਉਹ ਜਿਹੜਾ ਸੈਕਟਰੀ ਹੈ, ਉਹ ਜਿਹੜਾ ਇੱਕ
ਡੋਲੇ ਜੇ ਵਾਲਾ ਇੱਕ ਉੱਥੇ ਹੈਗਾ ਤੇ ਬਾਅਦ ਚ ਲਾਲ ਜਿਹਾ ਬੰਨ ਕੇ ਰੱਖਦਾ ਮੁੰਡਾ, ਦਾੜੀ ਜੀ ਕਟਵੀ ਹੈ ਮਾਰਸ਼ਲ ਉਹ ਉਹਨੂੰ ਸੱਦਿਆ ਗਿਆ। ਉਹ ਆਇਆ, ਉਹਨੂੰ ਚਿੱਟ ਦਿੱਤੀ, ਉਹ ਸੈਕਟਰੀ ਕੋਲ ਗਿਆ। ਸੈਕਟਰੀ ਨੇ ਉੱਠ ਕੇ ਕੰਨ 'ਚ ਫੂਕ ਮਾਰੀ ਤੇ ਸਪੀਕਰ ਸਾਹਿਬ ਵੀ ਹੱਸਦੇ ਹੱਸਦੇ ਕਹਿੰਦੇ ਹੁਣ ਮੇਰੀ ਮਜਬੂਰੀ ਬਣ ਗਈ, ਹੁਣ ਮੇਰੀ ਮਜਬੂਰੀ ਬਣ ਗਈ। ਮੈਂ ਕਮਾਲ ਹੈ ਜੀ। ਤੋਂ ਮੈਨੂੰ ਸਮਝ ਆਉਂਦੀ ਹੈ ਕਿ ਸਪੀਕਰ ਸਾਹਿਬ ਨੇ ਵੀ ਕਾਂਗਰਸ ਦੀ ਟਿਕਟ ਲੈਣੀ ਹੈ, ਮਗਰ ਫਿਰ ਹਾਊਸ ਦੀ ਤਾਂ ਕੋਈ ਗਰੀਮਾ ਨਹੀਂ ਰਹਿ ਗਈ। ਰਹੀ ਕਿਹੜੀ ਗਈ ਹੈ? 8 MLA ਛੱਡ ਕੇ ਕਾਂਗਰਸ 'ਚ ਚਲੇ ਗਏ ਤੇ ਡਿਸਕੁਆਲੀਫਾਈ ਕਿਹਨੇ ਕੀਤੇ? ਆ ਦੋ ਤਿੰਨ ਕੀਤੇ। ਬਾਕੀ ਕਿਹੜੀ ਗੱਲ ਤਾਂ ਸਾਨੂੰ ਤਾਂ ਸਮਝ ਨਹੀਂ ਆਉਂਦੀ। ਰੂਬੀ ਜੀ ਕੱਲ ਗਏ ਆ ਉੱਥੇ, ਇੰਨੇ ਖੁਸ਼ ਇੱਥੇ ਮੈਨੂੰ ਲੱਗਦਾ ਫੋਟੋ ਲਵਾਈ ਸੀ, ਉੱਥੇ ਮੌਜ ਨਾਲ ਉੱਧਰ ਬੈਠੇ। ਉਹ ਹਾਲਾਤ ਹੀ ਨਹੀਂ ਰਹਿ ਗਏ ਯਾਰ। ਕਨਸਟੀਟਿਊਸ਼ਨ ਦੀਆਂ ਧੱਜੀਆਂ, ਲੋਕਤੰਤਰ ਦੀਆਂ ਧੱਜੀਆਂ, ਹਰ ਬੰਦੇ ਨੂੰ ਅਪਮਾਨਿਤ ਕਰੋ। ਇਟਸ ਆਈ ਵਾਸ਼, ਜੁਮਲਾ, ਧੋਖਾ, ਹੋਰ ਕੁਛ ਨਹੀਂ। ਕੁਝ ਅੱਜ ਮੈਨੂੰ ਪੁੱਛੋ ਪੰਜਾਬ ਦੇ ਭਲੇ ਦਾ ਕੋਈ ਫੈਸਲਾ ਹੋਇਆ? ਕੱਲਾ ਕੁਛ ਨਹੀਂ। ਇਲੈਕਸ਼ਨ ਦਾ ਇੱਕ ਸਟੰਟ, ਇੱਕ PR ਜੌਬ ਹੋਈ ਹੈ, ਹੋਰ ਕੁਛ ਨਹੀਂ ਹੋਇਆ। ਤੁਸੀਂ ਦੀ ਹੰਕਾਰ 'ਚ ਨਾ, ਕਿਉਂਕਿ ਕੰਪਰੋਮਾਈਜ਼ ਸੀ ਹੈ। ਮੈਂ ਜੇ ਤਾਂ ਠਰਮੇ ਵਾਲੇ ਹੁੰਦੇ ਤੇ ਸੋਚ ਸਮਝ ਕੇ ਗੱਲ ਕਰਦੇ। ਮੇਰੇ ਤੇ ਪਰਸਨਲ ਐਲੀਗੇਸ਼ਨ ਲਾਏ ਡਰੱਗ ਦੇ। ਮੈਂ CM ਸਾਹਿਬ ਨੂੰ ਚੈਲੰਜ ਕਰਦਾ, ਮਹੀਨਾ ਹੋ ਗਿਆ ਤੁਹਾਨੂੰ, ਉਹ ਸਾਰੇ ਅਫਸਰ ਆ ਕੇ ਮੈਨੂੰ ਵੀ ਦੱਸਦੇ ਆ। ਤੁਸੀਂ ਸੱਦ ਉਹਨਾਂ ਨੂੰ ਕਹਿੰਦੇ ਹੋ ਕਿ ਵਿਕਰਮ ਨੂੰ ਫੜ ਕੇ ਅੰਦਰ ਦੇ ਦੇ, ਔਰ ਉਹ ਕਹਿੰਦੇ ਆ ਕਿ ਕਿਸ ਗੱਲ ਤੇ। ਫਿਰ ਜਿਹੜੀ ਰਿਪੋਰਟਾਂ ਦੀ ਇਹ ਗੱਲ ਕਰਦੇ ਆ, ਵੇਖੋ ਕਿੱਡੇ ਚਾਤਰਪਣਾ। ਹੁਣ ਹਾਈ ਕੋਰਟ ਨੇ ਰਿਪੋਰਟ ਤੇ ਫੈਸਲਾ ਕਰਨਾ ਕਿ ਇਹਨੇ ਕਰਨਾ। ਕਿਹੜਾ ਲੀਗਲ ਇਹਨਾਂ ਕੋਲ ਐਵੀਡੈਂਸ ਹੈ? ਦੇਣ ਜੇ ਹੈਗਾ ਐਵੇਂ ਤੁਸੀਂ ਸਮਝਦੇ ਹੋ ਕਿ ਤੁਸੀਂ ਧੱਕੇ ਨਾਲ ਜਿਹਨੂੰ ਮਰਜ਼ੀ ਕਰਦੇ ਹੋ। ਜਿਹੜੇ NDPS ਦੇ ਕੇਸਿਸ ਦੀ ਗੱਲ ਕਰਦੇ ਆ, ਉਹ ਕੇਸਿਸ 3 ਸਾਲ ਹੋ ਗਏ ਮੁੱਕੇ ਹੋਏ, 3 ਸਾਲ। ਉਹਦੇ ਤੇ ਇੱਕ ਜ਼ਿਕਰ ਤੱਕ ਨਹੀਂ ਵਿਕਰਮ ਸਿੰਘ ਦਾ, ਮਗਰ ਧੱਕੇ ਨਾਲ। ਜਸਟ ਬਿਕੋਜ਼ ਤੁਹਾਡੀ ਰਾਜਨੀਤੀ ਹੈ, ਤੁਹਾਡੀ ਪੋਲਿਟਿਕਸ ਹੈ, ਔਰ ਤੁਸੀਂ ਸਮਝਦੇ ਹੋ ਤੁਸੀਂ ਮੈਨੂੰ ਦਬਾ ਲਓਗੇ। ਇਸ ਤਰ੍ਹਾਂ ਨਹੀਂ ਮਜੀਠੀਆ ਦਬਨ ਵਾਲਾ। ਔਰ ਮੈਂ ਤਦੇ ਕਹਿੰਦਾ ਠੋਕੋ ਤਾਲੀ ਨੂੰ AG ਲਾਓ, ਨਹੀਂ ਤਾਂ ਇਹਨੇ ਨਵੇਂ ਦਾ ਵੀ ਨੁਕਸ ਕੱਢ ਦੇਣਾ। ਅੱਛਾ, ਜੇ ਨਹੀਂ ਭਰੋਸਾ ਤੇ ਉਹ ਤਰਨਵੀਰ ਲਹਿਲ ਨੂੰ ਹੀ ਲਾ ਦਿਓ। ਉਹ ਜਿਹੜਾ ਕਾਕਾ ਬਣਾਇਆ ਨਾ, ਇਹ ਡਬਲ AG ਲਾਤਾ ਕਿ AG ਉਡਾ ਦਿਓ, ਇਹ ਉਡਾ ਦਿਓ, AG ਬਣ ਜੂ। ਉਹਨੂੰ ਭੇਜ ਦਿਓ। ਮਗਰ ਕੋਰਟ ਨੂੰ ਹੁਣ ਚੀਫ ਜਸਟਿਸ ਵੀ ਇਹ ਲੱਗ ਗਿਆ। ਇੱਕ ਜਗ੍ਹਾ ਵੀ ਜੇ ਹਰ ਕਿਸੇ ਵੀ ਕੋਈ ਪ੍ਰੂਫ ਨਹੀਂ, NDPS ਦੇ ਕੇਸਿਸ ਖਤਮ। ਮੈਂ ਅੱਜ ਤੁਹਾਨੂੰ ਦੱਸ ਦੇਣਾ ਕੀ ਇਹ ਕਰਨ ਨੂੰ ਫਿਰਦੇ ਆ। ਕੱਲ ਬੜੇ ਇੰਪਾਰਟੈਂਟ ਸੂਤਰ ਰਾਹੀਂ ਤੁਸੀਂ ਸਮਝੋ, ਜੇ ਇਸ ਅਧਿਕਾਰੀ ਨੂੰ ਡਿਊਟੀ ਲੱਗੀ ਆ, ਉਹਨੇ ਕਿਹਾ ਜੀ ਸਾਡੀ ਮਜਬੂਰੀ ਆ ਨਵਾਂ ਪਰਚਾ ਦਰਜ ਕਰਕੇ, ਨਵਾਂ, ਨਾਟ ਪੁਰਾਣਾ, ਨਵਾਂ ਪਰਚਾ ਦਰਜ ਕਰਕੇ ਹੁਣ ਜਾਨ ਤਦੇ ਸੌਖੀ ਹੋਣੀ ਆ, ਨਹੀਂ ਤਾਂ ਸਾਨੂੰ ਮੂੰਹ ਦਿਖਾਉਣ ਜੋਗੇ ਨਹੀਂ। ਹੁਣ ਕੱਲਾ ਮੂੰਹ ਦਿਖਾਉਣ ਜੋਗਿਆ ਬਣਨ ਵਾਸਤੇ ਕਾਨੂੰਨ ਦੀਆਂ ਧੱਜੀਆਂ ਹਰ ਪਾਸੇ ਉਡਾਉਣਾ ਚਾਹੁੰਦੇ ਆ। PPA 'ਚ ਵੀ, ਹਰ ਚੀਜ਼ 'ਚ, ਭਾਵੇਂ ਉਹ BSF ਤੇ ਵੀ ਆ, ਭਾਵੇਂ ਉਹ ਸੋਲਰ ਦੇ ਮੁੱਦੇ ਤੇ ਆ। ਇਹ ਹਰ ਚੀਜ਼ ਹੁਣ ਜਾਨ ਬਚਾਉਣ ਦਾ ਕੰਮ ਹੈ, ਹੋਰ ਕੁਛ ਨਹੀਂ। ਆਈ ਚੈਲੰਜ them, if you have any proof, put it out in the public domain। ਤੁਹਾਡੀ ਆ ਬੀਬੀ ਕਹਿੰਦੀ ਹੈ ਨਾ ਨਵਜੋਤ ਕੌਰ ਸਿੱਧੂ, ਮੈਂ ਰਿਪੋਰਟ ਪੜ੍ਹੀ ਆ। ਫਿਰ ਬਣਾਈ ਤੂੰ ਰਿਪੋਰਟ? ਤਾਂ ਸੀਲਡ ਕਵਰ 'ਚ ਸੀ, ਤੂੰ ਕਿਤੋਂ ਪੜ੍ਹ ਲਈ? ਜਿਹੜੀਆਂ ਰਿਪੋਰਟਾਂ ਕਿਸੇ ਨੇ ਪੜ੍ਹੀਆਂ ਨਹੀਂ, ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਇਹ ਰਿਪੋਰਟ ਪਾਰਦਰਸ਼ੀ ਨਹੀਂ ਬਣੀਆਂ। ਇਹ ਪੋਲੀਟੀਕਲ ਮਤਲਬ ਨਾਲ ਬਣਾਈ ਗਈ ਹੈ ਕਿ ਅਸੀਂ ਪੋਲੀਟੀਕਲ ਬਦਲਾਖੋਰੀ ਕਰਨੀ ਆ ਮੈਰਿਟ ਦੇ ਉੱਤੇ। ਸੱਚੇ ਪਾਤਸ਼ਾਹ ਤੇ ਮੈਨੂੰ ਵਿਸ਼ਵਾਸ ਹੈ, ਮੈਰਿਟ ਤੇ 9 ਸਾਲ ਹੋ ਗਏ ਜੀ। ਅੱਜ 2013 ਤੋਂ ਇਹ ਡਰਾਮਾ ਚੱਲਦਾ, 9 ਸਾਲ ਗੁਰੂ ਦੀ ਬਖਸ਼ਿਸ਼ ਨਾਲ ਹਰ ਜਗ੍ਹਾ। ਅੱਜ ਤੱਕ ਮੈਂ ਕਿਤੇ ਅਕਿਊਜ਼ ਤੱਕ ਨਹੀਂ ਬਣਿਆ। ਇਹ ਹੁਣ 9 ਸਾਲ ਪੁਰਾਣੇ ਕੇਸ 'ਚ ਧੱਕੇ ਨਾਲ ਮਜੀਠੀਏ ਨੂੰ। ਇਸ ਲਈ ਇਹ ਕੇਵਲ ਤੇ ਕੇਵਲ ਵੈਂਡੇਟਾ, ਧੱਕਾ, ਔਰ ਇਹ ਸਮਝਦੇ ਆ ਕਿ ਜਿਹਨੂੰ ਮਰਜ਼ੀ ਗਾਣਾ ਕੱਢ ਕੇ ਚੁੱਪ ਕਰਾ ਦਾਂਗੇ। ਇਸ ਤਰ੍ਹਾਂ ਗੱਡੀ ਨਹੀਂ ਚੱਲਣੀ। ਲੋਕਾਂ ਦੀ ਗੱਲ ਕਰਦੇ ਆ, ਇੱਜ਼ਤ ਦਿੰਦੇ ਆ, ਇੱਜ਼ਤ ਭਾਲਦੇ ਆ। ਧੱਕੇਸ਼ਾਹੀ ਕੋਈ ਕਿਸੇ ਤਰੀਕੇ ਦੀ ਨਹੀਂ ਚੱਲੂਗੀ। ਪੋਲ ਖੋਲ ਜਾਰੀ ਰਹੂਗਾ। ਠੋਕ ਕੇ ਬੋਲਾਂਗੇ, ਭਾਵੇਂ ਸਵੇਰੇ ਫੜ ਕੇ ਅੰਦਰ ਦਿੰਦੀਆਂ ਸਰਕਾਰਾਂ। ਸਦਾਮ ਹੁਸੈਨ, ਗਦਾਫੀ ਵਰਗੇ ਇਹੀ ਕਰਦੇ ਰਹੇ। ਤੁਸੀਂ ਵੀ ਦੇ ਦਿਓ, ਕਾਨੂੰਨ ਹੈ। ਉਸ ਤੋਂ ਬਾਅਦ ਤਾਂ ਕਾਨੂੰਨ ਪ੍ਰਵੇਲ ਕਰੂ, ਮਤਲਬ ਫੈਸਲੇ ਹੋਣਗੇ।